Good morning, ninth class. This is Varun Goyal with NCERT Maths, chapter number 1, exercise 1.3 from Raipur Public School. So students, ਆਪਾਂ exercise 1.1 ਤੇ 1.2 ਕਰ ਚੁੱਕੇ ਹਾਂ। ਉਹ ਥੋੜੀ ਜਿਹੀ ਬੇਸਿਕ ਵੀ ਤੁਹਾਨੂੰ ਮੈਂ ਕਰਵਾਈ ਸੀ। ਉਸ ਤੋਂ ਬਾਅਦ ਦੇਖੋ ਰਾਜੇ ਹੁਣ ਆਪਾਂ ਕੰਟੀਨਿਊ ਕਰਨੀ ਹੈ ਆਪਣੀ exercise 1.3। exercise 1.3 ਕੰਟੀਨਿਊ ਕਰਨ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਕੁਝ ਡੈਫੀਨੇਸ਼ਨਸ ਕੁਝ ਬੇਸਿਕ ਕਰਵਾਉਣੇ ਆ। ਉਹ ਬੇਸਿਕਸ ਹੈ ਕੀ ਹੈ ਆਪਣੇ, ਉਹ ਧਿਆਨ ਨਾਲ ਸੁਣੋ ਤੁਸੀਂ ਆਪਣੇ, ਠੀਕ ਹੈ। जो बेसिक आप पहला भी पढ़ा चुका वा, दोबारा फिर पढ़ा रहा वा। जो तुम लगता वा तुम प्रीवियस वीडियो दोबारा सुन सकते हो, वो सारे बेसिक्स आपने करवाए हुए हैं 1.2 एक्सरसाइज तो पहला। सो एक बार रिपीट कर देते हैं। टर्मिनेट नंबर्स किहड़े हुंदे आ? टर्मिनेट नंबर्स डिनोमिनेटर कैन बी एक्सप्रैस्ड एज 2 raised to power 5 and 5 raised to power n। ਉਹ ਸਾਰੇ ਨੰਬਰ ਜਿਨ੍ਹਾਂ ਦਾ ਡਿਨੋਮੀਨੇਟਰ ਜਾਂ ਤਾਂ ਆਪਾਂ 2 ਦੀਆਂ ਪਾਵਰਾਂ 'ਚ ਲਿਖ ਸਕਦੇ ਹਾਂ ਜਾਂ ਆਪਾਂ 5 ਦੀਆਂ ਪਾਵਰਾਂ 'ਚ ਲਿਖ ਸਕਦੇ ਹਾਂ ਜਾਂ ਦੋਨਾਂ ਦੀਆਂ ਪਾਵਰਾਂ 'ਚ ਲਿਖ ਸਕਦੇ ਹਾਂ। ਉਹਨਾਂ ਸਾਰੇ ਨੰਬਰਸ ਨੂੰ ਆਪਾਂ ਬੋਲਦੇ ਹਾਂ ਟਰਮੀਨੇਟਿੰਗ ਨੰਬਰਸ। ਟਰਮੀਨੇਟਿੰਗ ਜਾਂ ਰੈਸ਼ਨਲ ਵੀ ਤੁਸੀਂ ਉਹਨੂੰ ਕਹਿ ਸਕਦੇ ਹੋ, ਠੀਕ ਹੈ ਜੀ। ਅਦਰਵਾਈਜ਼ ਜੇ ਆਪਣੇ ਕੋਲ ਇਹਨਾਂ ਤੋਂ ਇਲਾਵਾ ਕੋਈ ਹੋਰ ਐਕਸਟਰਾ ਫੈਕਟਰ ਵੀ ਉਹਦੇ ਵਿੱਚ ਆ ਰਿਹਾ ਵਾ, ਐਕਸਟਰਾ ਫੈਕਟਰ ਲਗਾ ਲਓ ਜਾਂ ਇਹ ਕਹਿ ਲਓ ਕਿ ਦੋਨੋਂ ਨੰਬਰਸ ਨਹੀਂ ਆ ਰਹੇ ਡਿਨੋਮੀਨੇਟਰ ਦੇ ਵਿੱਚ ਆਪਣੇ ਕੋਲ, ਇਹਨਾਂ ਤੋਂ ਇਲਾਵਾ ਕੁਝ ਵੀ ਆ ਰਿਹਾ ਵਾ, ਤਾਂ ਉਹ ਸਾਰੇ ਨੰਬਰਸ ਨੇ ਆਪਣੇ ਕੋਲ ਨਾਨ ਟਰਮੀਨੇਟਿੰਗ ਨੰਬਰਸ। ਨਾਨ ਟਰਮੀਨੇਟਿੰਗ ਨੰਬਰਸ ਨੂੰ ਆਪਾਂ ਕੀ ਬੋਲਦੇ ਹਾਂ? ਰੀਅਕਰਿੰਗ ਨੰਬਰਸ ਵੀ ਬੋਲਦੇ ਨੇ ਆਪਾਂ, ਜਿਹੜੇ ਕੀ ਹੈ ਬਾਰ-ਬਾਰ ਉਹੀ ਰਿਪੀਟ ਹੋਈ ਜਾਂਦਾ। ਜਿਵੇਂ ਆਪਾਂ ਕਹਿੰਦੇ ਹਾਂ ਕਿ ਕੋਈ ਡਿਵਾਈਡ ਇਹੋ ਜੀਗਾ ਜਿਹੜੀ ਖਤਮ ਹੀ ਨਹੀਂ ਹੁੰਦੀ। ਸੋ ਇਹ ਸੀ ਦੀ ਡੈਫੀਨੇਸ਼ਨਸ ਨੂੰ ਕੁਐਸਚਨ ਕਰਦੇ ਆ। ਉਹ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਨ ਦ ਡੈਸੀਮਲ ਫਾਰਮ, ਠੀਕ ਹੈ, ਐਂਡ ਸੇ ਵਟ ਕਾਈਂਡ ਆਫ ਡੈਸੀਮਲ ਐਕਸਪੈਂਸ਼ਨਸ ਈਚ ਆਰ। ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਡੈਸੀਮਲ ਫਾਰਮ 'ਚ ਲਿਖਣਾ ਵੀ ਆ, ਤੇ ਇਹ ਡੈਸੀਮਲ ਕਿਹੜੀ ਫਾਰਮ ਦੇ ਆ? ਟਰਮੀਨੇਟ ਨੇ, ਨਾਨ ਟਰਮੀਨੇਟ ਨੇ, ਉਹ ਵੀ ਆਪਾਂ ਨਾਲ ਦੱਸਾਂਗੇ। ਸੋ ਫਸਟ ਪਾਰਟ ਦੇਖਦੇ ਹਾਂ। फर्स्ट पार्ट इज 36/100। 36/100 का मतलब कि ਆਪਾਂ डिवाइड करेंगे तो ऑब्वियस आंसर 0.36, ठीक है जी। एक तो ये चीज आ गई, ਇਹਦਾ मतलब ये डिवाइड ਅੱਗੇ नहीं ना हो रही, ਇੱਥੇ ਆ ਕੇ डिवाइड ਰੁਕ गई अपनी। दूसरी ਗੱਲ देखो, जो ਆਪਣੇ ਕੋਲ 100 ਹੈ, 100 ਦੀ ਫੈਕਟਰਾਈਜੇਸ਼ਨ ਕਰ ਲਓ। ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਬੋਲਦੇ ਆ ਆਪਾਂ ਇਹਨੂੰ। 5th ਕਲਾਸ ਆਪਾਂ ਮੈਥਡ ਪੜ੍ਹਨਾ ਸਟਾਰਟ ਕੀਤਾ ਸੀ, ਪ੍ਰਾਈਮ ਫੈਕਟਰਾਈਜੇਸ਼ਨ ਮੈਥਡ। ਮੇਬੀ 4th ਵਿੱਚ ਵੀ ਥੋੜਾ ਜਿਹਾ ਟੌਪਿਕ ਹੈਗਾ ਇਹਦਾ ਆਪਾਂ। ਸੋ ਦੇਖਦੇ ਹਾਂ 2 ਤੋਂ ਸਟਾਰਟ ਕਰ ਦਿੰਦੇ ਹਾਂ। 50 ਅਗੇਨ 2 25 1। ਡਿਨੋਮੀਨੇਟਰ ਨੂੰ 2 ਤੇ 5 ਦੇ ਵਿੱਚ ਐਕਸਪ੍ਰੈਸ ਕੀਤਾ ਜਾ ਸਕਦਾ ਹੈ। ਇਹਦਾ ਮਤਲਬ ਇਹ ਹੋ ਗਿਆ ਵੀ ਆਪਾਂ ਜੋ 100 ਨੂੰ 2 ਤੇ 5 ਚ ਐਕਸਪ੍ਰੈਸ ਕਰ ਸਕਦੇ ਹਾਂ। ਇਹਦਾ ਮਤਲਬ ਇਹ ਨੰਬਰ ਕਿਹੜਾ ਵਾ? ਪਹਿਲੀ ਗੱਲ ਤਾਂ ਇਹ ਨੰਬਰ ਹੈਗਾ ਟਰਮੀਨੇਟਿੰਗ। ਉਸ ਤੋਂ ਬਾਅਦ ਡੈਸੀਮਲ ਐਕਸਪੈਂਸ਼ਨ ਆਪਾਂ ਆਲਰੇਡੀ ਲਿਖੀ ਚੁੱਕੀ ਹੈ। ਸੋ ਇੱਥੇ ਇਹ ਕੁਐਸਚਨ ਕੀ ਹੈ, ਖਤਮ ਹੋ ਜਾਂਦਾ ਤੁਹਾਡਾ। ਨੈਕਸਟ ਹੈ 1/11। ਹੁਣ ਰਾਜੇ ਇੱਕ ਚੀਜ਼ ਦੇਖੋ, 1/11 ਦੇ ਵਿੱਚ ਕਲੀਅਰ ਕੱਟ ਆ ਵੀ ਜੋ 11 ਹੈ, 11 ਨੂੰ ਸਿਰਫ ਇਦਾਂ ਹੀ ਲਿਖ ਸਕਦੇ। 11 ਕਿਸੇ ਦੇ ਟੇਬਲ ਤੇ ਨਹੀਂ ਆਉਂਦਾ, ਮਤਲਬ ਨਾ ਤਾਂ ਇਹ 'ਚ 2 ਆਇਆ ਨਾ ਤਾਂ ਇਹ 5 ਆਇਆ, ਤਾਂ ਮਤਲਬ ਇਹ ਕਿਹੜਾ ਨੰਬਰ? ਨਾਨ ਟਰਮੀਨੇਟ। ਨਾਨ ਟਰਮੀਨੇਟ ਨੰਬਰ ਹੈ। ਉਸ ਤੋਂ ਬਾਅਦ ਇਹਦੀ ਡੈਸੀਮਲ ਐਕਸਟੈਂਸ਼ਨ ਕੀ ਹੋਊਗੀ ਉਹ ਦੇਖੋ ਰਾਜੇ। ਇੱਥੇ ਆਏਗਾ 1, ਇੱਥੇ ਆਏਗਾ ਆਪਣੇ ਕੋਲ 11। ਸੋ ਆਪਾਂ ਕੀ ਕਰਾਂਗੇ, ਇੱਥੇ 0 ਯੂਜ਼ ਕਰਾਂਗੇ, ਇੱਥੇ ਇੱਕ ਪੁਆਇੰਟ 0, ਇੱਥੇ ਪੁਆਇੰਟ ਲੱਗ ਜਾਏਗਾ 10 ਆ ਗਿਆ। ਫਿਰ ਇੱਥੇ ਇੱਕ ਹੋਰ 0 ਲੋੜ ਪਊਗੀ ਆਪਾਂ ਨੂੰ। ਹਾਂਜੀ ਹੁਣ ਦੇਖੋ ਰਾਜੇ, ਇੱਥੇ ਜਦੋਂ ਆਪਾਂ ਇੱਥੇ ਇੱਕ 40 ਲਗਾਈਏ, ਇੱਥੇ ਵੀ 0 ਆ ਜਾਏਗੀ ਆਪਣੇ ਕੋਲ। 11 9s 99 100। ਫਿਰ ਇੱਥੇ ਇੱਕ 0 ਲਗਾਣੀ ਪੈਣੀ ਹੈ ਆਪਾਂ ਨੂੰ। ਫਿਰ 11 9s 99 ਫਿਰ 1। मतलब ਕੀ ਆ 199 199 199 199 ਇਦਾਂ ਹੀ ਚੱਲੀ ਜਾਣਾ। ਤਾਂ ਇਹ ਨੰਬਰ ਕੀ ਹੈ? ਨਾਨ ਟਰਮੀਨੇਟ ਤਾਂ ਹੈਗਾ ਹੀ ਹੈ, ਤਾਂ ਇਹਦਾ ਡੈਸੀਮਲ ਐਕਸਪੈਂਸ਼ਨ ਲਿਖਾਂਗੇ ਕਿਵੇਂ? 0 ਪੁਆਇੰਟ। ਦੇਖੋ ਪਹਿਲਾਂ 09 ਫਿਰ 09, ਇਹ ਰਿਪੀਟ ਕਰ ਗਿਆ ਨਾ, ਤਾਂ ਇਹਨੂੰ ਆਪਾਂ ਲਿਖਾਂਗੇ 09 ਦੇ ਉੱਪਰ ਬਾਅਦ। ਸੋ ਇੱਥੇ ਇਹ ਵਾਲਾ ਕੁਐਸਚਨ ਵੀ ਓਵਰ ਹੋ ਜਾਂਦਾ। ਲਾਸਟ ਪਾਰਟ ਦੇਖੋ, ਲਾਸਟ ਪਾਰਟ ਦੇ ਵਿੱਚ ਕੀ ਆ? 8 4s 32, 32 plus 1 ਇਟ ਵਿਲ ਬੀ 33 ਬਾਈ ਆਪਣੇ ਕੋਲ ਆਏਗਾ ਇੱਥੇ 8। ਹੁਣ 8 ਆ, 8 ਨੂੰ ਕੀ ਲਿਖ ਸਕਦੇ ਹੋ? 8 ਨੂੰ 2 ਦੀਆਂ ਪਾਵਰ 'ਚ ਲਿਖ ਸਕਦੇ ਹਾਂ ਨਾ ਆਪਾਂ। ਦੇਖ ਸਕਦੇ ਹੋ ਸਾਰੇ ਇੱਥੇ ਆਪਾਂ 8 ਨੂੰ 2 ਦੀਆਂ ਪਾਵਰ 'ਚ ਲਿਖ ਸਕਦੇ ਹਾਂ। ਜੇ ਆਪਾਂ 8 ਨੂੰ 2 ਦੀਆਂ ਪਾਵਰ 'ਚ ਲਿਖ ਸਕਦੇ ਤਾਂ ਇਹ ਨੰਬਰ ਜਿਹੜਾ ਹੈਗਾ ਕੀ ਹੈ? ਟਰਮੀਨੇਟ ਨੰਬਰ ਹੈ। ਟਰਮੀਨੇਟ ਨੰਬਰ, ਠੀਕ ਹੈ, ਮਤਲਬ ਰੈਸ਼ਨਲ ਨੰਬਰ ਹੈ। ਹੁਣ ਉਸ ਤੋਂ ਬਾਅਦ ਜੇ ਇਹ ਨੰਬਰ ਰੈਸ਼ਨਲ ਹੈ ਤਾਂ ਡੈਸੀਮਲ ਐਕਸਟੈਂਸ਼ਨ ਕੀ ਹੋਊਗੀ? ਡਿਵਾਈਡ ਕਰ ਦਿਓ। ਹਾਂਜੀ ਡਿਵਾਈਡ ਕਿੰਨਾ ਆਏਗਾ? 8 4s 32 1.0 8 1s 8 2 ਇੱਥੇ 0 ਆ ਜਾਊਗਾ। 8 2s 16। ਉਸ ਤੋਂ ਬਾਅਦ ਇਹ ਆ ਗਿਆ ਦੇਖੋ ਆਪਾਂ ਨੂੰ 16, ਤਾਂ ਆਪਣੇ ਕੋਲ 4 ਆਏਗਾ, ਇਹਦੇ ਨਾਲ 0 8 5s 40। ਇੱਥੇ क्रॉस मतलब ਇਹਦੇ ਡੈਸੀਮਲ ਐਕਸਪ੍ਰੈਸ਼ਨ ਆਪਣੇ ਨੂੰ ਕੀ ਆ ਗਿਆ
4.125. So this will be the answer of this part. 3 part हो गए थे complete होंगे. Now let us see the next one. So as you can see on the board, first question the third part अपने को है 3/13. नेक्स्ट पार्ट अपन दिता होया उन्होंने 2/11. उस तो नेक्स्ट अपन दिता होया वा 329/400. इन्होंने भी आप चेक करना वा भी टर्मिनेटिंग है नॉन टर्मिनेटिंग है. उस तो बाद डेसिमल एक्सपेंशन की होगी. ठीक है. 3/13 बेटा देखो 3/13 ये देख के क्लियर हो जाता वा 13 ਨੂੰ ਆਪਾਂ 2 ਤੇ 5 ਦੀਆਂ ਟਰਮਸ 'ਚ ਨਹੀਂ ਲਿਖ ਸਕਦੇ. ਇਹਦਾ ਮਤਲਬ ਇਹ ਨੰਬਰ ਕੀ ਹੈ ਨॉन ਟਰਮੀਨੇਟ ਨੰਬਰ. ਉਸੇ ਤਰ੍ਹਾਂ ਹੀ 2/11 ਨੂੰ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਵੀ 11 ਨੂੰ ਆਪਾਂ 2 ਤੇ 5 ਦੀਆਂ ਪਾਵਰਸ ਨਹੀਂ ਲਿਖ ਸਕਦੇ. ਇਸ ਲਈ ਇਹ ਨੰਬਰ ਵੀ ਆਪਣੇ ਕੋਲ ਕੀ ਹੈ नॉन टर्मिनेट नंबर है. उसी तरह आप 400 की गल कर लेने. 400 ਨੂੰ चेक कर सकते हो 200 100 50 25 5 5 1 मतलब ਕੀ ਹੈ 400 ਨੂੰ ਆਪਾਂ 2 ਤੇ 5 ਦੀ ਪਾਵਰ ਐਕਸਪ੍ਰੈਸ ਕਰ ਸਕਦੇ ਹਾਂ. ਇਹਦਾ ਮਤਲਬ ਇਹ ਜੋ ਨੰਬਰ ਹੈ ਇਹ ਆਪਣੇ ਕੋਲ this number is terminating number. पहला तो एक चीज क्लियर होगी कि टर्मिनेट केड़ा वा नॉन टर्मिनेट केड़ा वा. उस तो बाद एक दी डिवीजन में सॉल्व करूंगा. बाकी काम तुसी खुद करोगे तो 3/13 ਨੂੰ डिवाइड कर दिए. इथे 0 इथे 0 पॉइंट लग जाए. हां जी 13 2 दा 26 इथे 4 आ जाएगा अपने को. ठीक है. उस तो बाद इथे 0 हुन कितना आएगा 13 3 दा 1. उस तो बाद इतने क्या आएगा अपने को अगेन 0. फिर आप इतने 0 लगा सकते हैं. इतने 100 आ जाएगा. हूँ आप आगे फर्दर इधर ही डिवाइड करते जाओगे. ये जो नंबर से लगातार कंटिन्यूस चलते रहेंगे. ये रिपीट होते रहेंगे नंबर्स. ठीक है जी. सो आई होप सो दिस इज क्लियर टू यू. ये नेक्स्ट आएगा 7 से 91. इतने अपने को कितना आ गया 9. अगेन 0. उस तो बाद कितना आएगा 6 पे आ जाएगा. 6 ये नंबर में आप लिख सकते हैं. 6 पे कितना आएगा वो देख लो 78 ਤੇ ਮਾਈਨਸ ਕਰਾਂਗੇ ਕਿੰਨਾ ਹੋਊਗਾ ਆਪਣੇ ਕੋਲ 12 ਆ ਜਾਏਗਾ ਇੱਥੇ. ਠੀਕ ਹੈ. ਉਸ ਤੋਂ ਬਾਅਦ ਫਿਰ 0 ਲਗਾ ਦਾਂਗੇ ਆਪਾਂ ਇੱਥੇ ਅਗੇਨ ਐਂਡ ਸੋ ਔਨ ਲਾਈਕ ਦਿਸ. ਇਹ ਨੰਬਰ ਇਦਾਂ ਚੱਲਦਾ ਰਹੂਗਾ. ਸੋ ਇਹ ਨੰਬਰ ਕੀ ਹੈ ਆਪਣੇ ਕੋਲੇ ਨॉन टर्मिनेट नंबर. उसी तरह 2/11 चेक कर सकते हो. ये भी नॉन टर्मिनेट आएगा. ਇਹਦੀ डिवीजन ਦਾ आंसर फाइनाइट आएगा. मतलब ये लगातार डिवीजन चलती नहीं ਰਹੂਗੀ. ਇਹ डिवीजन कितने ना कितने आके ब्रेक होगी. ਇਹਨਾਂ ਦੋਨਾਂ ਪਾਰਟਸ ਦੇ ਵਿੱਚ डिवीजन ਤੁਸੀਂ खुद परफॉर्म करनी है. सो हियर योर फर्स्ट क्वेश्चन इज कंप्लीटेड. नाउ लेट अस मूव ऑन द नेक्स्ट वन. As you can see here, second statement is you know that 1/7 ਨੂੰ ਜਦੋਂ ਡਿਵਾਈਡ ਕਰੋਗੇ ਤਾਂ ਆਪਣੇ ਕੋਲ ਇੱਕ ਲੰਬਾ ਨੰਬਰ ਆ ਰਿਹਾ ਹੈ 0.142857. Can you predict what kind of decimal expansions of 2/7, 3/7, 4/7, 5/7 and 6/7? ਵੀ ਜੇ 1/7 ਦੀ ਡੈਸੀਮਲ ਐਕਸਪੈਂਸ਼ਨ ਆਪਾਂ ਦਿੱਤੀ ਹੋਈ ਆ ਤਾਂ ਕੀ ਆਪਾਂ ਲਗਾਤਾਰ ਆਉਣ ਵਾਲੇ ਨੰਬਰ ਸੀ ਡੈਸੀਮਲ ਐਕਸਪੈਂਸ਼ਨ ਫਾਈਂਡ ਕਰ ਸਕਦੇ ਹਾਂ. ਉਹ ਵੀ डिवीजन किते बिना मतलब डिवीजन नहीं करनी ਆਪਾਂ ਤਾਂ ਉਹਦਾ ਆਨਸਰ ਆਪਣੇ ਕੋਲ ਕੀ ਆਏਗਾ ਯੈਸ. ठीक है जी कर सकते हैं. ਹੁਣ ਉਹ ਕਹਿੰਦਾ ਵਾ ਵੀ ਐਕਸਪ੍ਰੈਸ ਵੀ ਕਰਕੇ ਦਿਖਾਣੀ ਆਪਾਂ. ਐਕਸਪ੍ਰੈਸ ਕਰਕੇ ਦਿਖਾਣੀ ਆ मतलब ਕੀ ਆ ਆਪਣਾ ਦੇਖੋ ਇੱਥੇ ਹੁਣ ਆਪਾਂ ਪਹਿਲੇ ਨੰਬਰ ਦੀ ਗੱਲ ਕਰ ਲਈਏ. ਫਸਟ ਨੰਬਰ ਇਜ਼ 2/7. 2/7 ਨੂੰ ਮੈਂ ਲਿਖ ਸਕਦਾ ਮੈਂ 2 × 1/7. 2/7 is equal to 2 × 1/7. ਤੇ 1/7 ਦੀ ਵੈਲਿਊ ਆਪਾਂ ਨੂੰ ਗਿਵਨ ਆ. ਇੱਥੇ ਫਿਲ ਕਰ ਦੋ 2 × 0.14285 ਇਹ ਹੋਊਗਾ ਨਾ ਫਿਰ. ਹੁਣ ਆ ਜੋ 2 ਹੈ ਨੂੰ ਅੰਦਰ ਮਲਟੀਪਲਾਈ ਕਰ ਦੋ. ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆਏਗਾ 7 2 14 4 आ गया 1 कैरी चला गया. ठीक है. 5 2 10 ਤੇ 1 11 ਦਾ 1 आ गया फिर 1 कैरी चला गया. 8 2 16 ਦੇ 1 17 ਦਾ 7 आ गया फिर 1 कैरी चला गया. 2 2 4 ਤੇ कितना आएगा 5 आएगा. उस तो बाद 4 2 कितना आएगा अपने को 8 आएगा. 2 1 कितना आएगा 2 आएगा. 0 ਨੂੰ ਕਰਾਂਗੇ ਤਾਂ 0 ही होगा. So this will be the answer of this question. Let us check our answer. 285714. Yes, according to your book this answer is correct. 285714. समझ लग गई गल भी की है 2/7 ਨੂੰ ਕੀ ਕੀਤਾ ਵਾ 2 × 1/7 ਆਪਾਂ ਲਿਖ ਸਕਦੇ ਹਾਂ. सिमिलरली ਤੁਸੀਂ ਕੀ ਕਰੋਗੇ नेक्स्ट नंबर की है 3/7. 3/7 की लिखोगे 3 × 1/7. 1/7 की वैल्यू फिर आही फिल कर देनी है. 3 ਨੂੰ ਮਲਟੀਪਲਾਈ ਕਰ ਦੇਣਾ. यू विल गेट योर आंसर.
उसी तरह ही अपने को नेक्स्ट नंबर है 4/7। 4/7 कैन बी रिटन एज 4 मल्टीप्लाई 1/7। फिर वैल्यू फिल कर दो, फिर सॉल्व कर दो। सिमिलरली 5/7 एंड 6/7 वो भी तुसी इदां ही इसे सेम क्राइटेरिया दे नाल ही सॉल्व कर सकते हो। सो हियर योर क्वेश्चन नंबर 2 इज आल्सो कंप्लीटेड। नाउ लेट अस मूव ऑन द नेक्स्ट वन। As you can see the statement of third question, express the following in P by Q form where P and Q are integers। P ਤੇ Q दोनों integers ने। इंटीजर की होंगे आ जो फर्स्ट वीडियो ऐसे चैप्टर की सुन सकते हो जाके भी इंटीजर्स किहड़े सी जिन्हां नूं नहीं पता। एंड Q इज नॉट इक्वल टू 0 मतलब Q कदे भी 0 नहीं होनी चाहिए। एक्सप्रैस करना वा देखो ये उपर 12 मतलब ये नॉन रिपीटिंग नंबर है। नॉन रिपीटिंग नंबर में भी P by Q की फॉर्म च लिखण नूं कह रहे अपन। सो ठीक है, देखो ये क्राइटेरिया बहुत सिंपल है। सब तो पहले तो तुसीं की करोगे, let x is equal to 0.66666 एंड सो। देखो इन्हों इतना क्यों लिखा, क्योंकि 6 के ऊपर की है 12 मतलब 6 के ऊपर 12 का मतलब की है भी यह नंबर बार बार की हो रहा वा रिपीट हो रहा वा, तां मैंने इतना लिख लिया। उस तो बाद तुसीं एक चीज़ इन्हां क्वेश्चन हमेशा याद रखनी है, जिहे जी मर्जी स्टेटमेंट तुहानूं पेपर दे विच आ जावे, ध्यान नाल सुनो मेरी गल नूं। 6 के ऊपर 12 ना इत्थे जिन्ने नंबरां दे ऊपर 12 अगले स्टैप के विच आपां x नूं उन्ने नाल ही मल्टीप्लाई करना है। गल समझ लगी? दोबारा रिपीट करना वा भी जिन्ने भी नंबर ने जिन्ने नंबर के ऊपर 12 उत्थे 6 आ रहा एक ही नंबर है, एक नंबर के ऊपर 12 तो आपां 10 नाल मल्टीप्लाई करांगे इहनूं सारी इक्वेशन नूं। जे इत्थे दो नंबर्स हुंदे 2 के ऊपर 12 हुंदा आपां 100 नाल मल्टीप्लाई करना सी दोनों साइड। जे इत्थे 3 डिजिट्स हुंदे 3 के ऊपर 12 हुंदा तो आपां इहनूं 1000 नाल मल्टीप्लाई करना सी। 4 हुंदे तो 10000 नाल, 5 हुंदे तो आपां लाख नाल 1 लाख। सो इदा आप मल्टीप्लाई करके नंबर को चेंज करेंगे हूँ, क्योंकि अपना जो क्वेश्चन गिवन है वो 6 के ऊपर एक बार दिता हुआ है तो मतलब आप इतने की लिखांगे मल्टीप्लाई बोथ साइड्स बाय 10। एक डिजिट के ऊपर 12 मैं बार बार रिपीट कर रहा, सुन लो मेरी गल। एक डिजिट के ऊपर 12 मतलब आप दोनों साइड 10 नाल मल्टीप्लाई करेंगे। सो आफ्टर डूइंग दिस मल्टीप्लाई वी विल हैव हियर 10x is equals to 6.6666 and so on. This is clear to you all? Afterwards, I call it 1 and I call it 2. Now subtract 1 from 2. Subtract 1 from 2. 1 ਨੂੰ 2 ਦੇ ਵਿੱਚੋਂ subtract ਕਰ ਦਿਓ ਤਾਂ ਇੱਥੇ ਆਏਗਾ 9x is equal to 6 and x is equals to 6 by 9. It is equals to 2/3. So this will be the answer of your required question. ये तो क्वेश्चन का आंसर है। मैं दोबारा रिपीट कर देना, बार बार ये गल याद रखनी है, माइंड स्किप ना करियो, अपनी बुक्स के ऊपर ही लिख लो भी जिन्ने बार आ उन्ने नाल मल्टीप्लाई करने हैं। मतलब जे 1 बार आ 1 0, 2 बार आ 1 दे नाल 2 zeros, 3 बार आ तो 1 दे नाल 3 zeros, 4 डिजिट्स के ऊपर बार आ रहे हैं 1 दे नाल 4 zeros and so on. Now let us see the next one. So the next statement is 0.001 ਇਹਦੇ ਉੱਪਰ ਬਾਰ। अगेन आई एम रिपीटिंग माई प्रोसैस, दोबारा रिपीट कर रहे हैं बेटा, सुनो क्या अंदर भी अक्षर देखो किन्ने के ऊपर बार है, 3 के ऊपर बार है ना। सब तो पहला तो अपना काम की है, सब तो पहला काम अपना लेट x इज इक्वल्स टू 0.001 001 मतलब की है जिन्ना बार है वही बार बार रिपीट कर देंगे एंड सो ऑन। इतने इदा डॉट्स पा देंगे। उस तो बाद हम बार कितने डिजिट के ऊपर है 3 के ऊपर है तो मतलब आप मल्टीप्लाई बोथ साइड्स बाय 1000। दोनों साइड आप मल्टीप्लाई करेंगे इस नंबर ਨੂੰ 1000 ਦੇ ਨਾਲ। इट विल बिकम्स 1000x इज इक्वल टू ਦੇ ਵਿੱਚ ਰਾਜੇ ਆਪਣੇ ਕੋਲ ਕੀ ਆਊਗਾ ਤੁਸੀਂ ਦੇਖ ਸਕਦੇ ਹੋ। ਜਦੋਂ ਆਪਾਂ 1000 ਨਾਲ ਮਲਟੀਪलाई ਕਰਾਂਗੇ ਤਾਂ ਆ 3 ਡਿਜਿਟਸ ਚੱਕੇ ਜਾਣਗੇ ਅੱਗੇ ਆ ਜਾਣਗੇ ਆਪਣੇ ਕੋਲ, ਠੀਕ ਹੈ। सो आगे आके और डिजिट्स आपके पास की बन जाएंगे 1.001 001 001 एंड सो ऑन। उस तो बाद आप की करते होने सबट्रैक्ट इन 1 1 लो इनो अपन मनदे 2 सबट्रैक्ट 2 फ्रॉम 1 तो इथे आएगा अपने को 999 x इज इक्वल टू 1। This implies x की वैल्यू आएगी तो 1/999। इस क्वेश्चन का सेकंड पार्ट में सॉल्व नहीं किया, दैट इज योर होमवर्क पार्ट, तुम खुद ट्राई करोगे।
फर्स्ट एंड थर्ड में सॉल्व कर चुके हैं, ठीक है। सो नाउ लेट अस मूव ऑन अनदर क्वेश्चन। So the next statement is express 0.99999999 in the form of P by Q. Are you surprised by your answer? कहते हैं ਤੁਹਾਨੂੰ अपना आंसर देख के सरप्राइज होया या नहीं होया, पहले आंसर कर लेने, सरप्राइज फिर होवांगे ਆਪਾਂ, ठीक है। सो देखते हैं ਹੁਣ ਇੱਥੇ ਆਏਗਾ ਕੀ ਆਪਣੇ ਕੋਲ x is equals to 0.999999. It can be written as 0.9 bar. I hope so it is clear to you, ठीक है जी। उस तो बाद क्योंकि बार एक डिजिट के ऊपर है तो आपने को जो 10x है वो किधर इक्वल आएगा 9.999999 कुछ इतना इक्वल आ जाएगा। दोनों को आपस में आप सबट्रैक्ट कर देंगे, सबट्रैक्ट करेंगे अपने को क्या आएगा 9x is equals to 9, x is equals to 1। ये आ गया अपना आंसर। ਹੁਣ ਆਪਾਂ ਇਸ ਆਨਸਰ को सरप्राइज्ड ਆ, वो ਇਹ ਗੱਲ ਕਹਿ ਰਹੇ हैं सरप्राइज्ड क्यों ਆ वो देख लेंगे ਆ। देखो जो नंबर ਆਪਾਂ ਦਾ ਕਿਹਾ ਸੀ ਕਿ x ਇਹਦੇ ਇਕੁਅਲ ਹੈ, ਹੁਣ ਆਪਾਂ ਕਹਿ ਰਹੇ ਹਾਂ x 1 ਦੇ ਇਕੁਅਲ ਹੈ। ਹਾਊ ਇਟ ਕੁਡ ਪੋਸੀਬਲ, ਇਹਦਾ ਮਤਲਬ ਇਹ ਆ ਵੀ ਜੇ ਤੁਹਾਨੂੰ ਕੋਈ ਨੰਬਰ ਦਿੱਤਾ ਜਾਂਦਾ ਵਾ 0.9999 ਤੇ 99 ਐਂਡ ਤੱਕ ਚੱਲਦੇ ਜਾਂਦੇ ਆ, ਉਹ ਨੰਬਰ ਕੁਝ ਹੋਰ ਨਹੀਂ ਹੈ, ਉਹ ਆਲਮੋਸਟ 1 ਹੀ ਹੈ। ਇਹ ਸਰਪ੍ਰਾਈਜ਼ ਹੈ ਇਸ ਕੁਐਸਚਨ ਦੇ ਵਿੱਚ। आई होप सो यू लाइक देयर सरप्राइज, मैथ का सरप्राइज ਤੁਹਾਨੂੰ ਪਸੰਦ ਆਇਆ ਹੁਣ, ठीक है। सो लेट अस कंटिन्यू नेक्स्ट। फिफ्थ क्वेश्चन स्टेटमेंट इज मैक्सिमम नंबर ऑफ डिजिट्स बी इन द रिपीटिंग ब्लॉक। मतलब रिपीट होने तो जो रिपीट होने स्टार्ट हो जाएंगे आप ये कहांगे डिजिट्स जो रिपीट होने स्टार्ट हो जाएंगे उत्थे तक पहुँचते किन्ने डिजिट्स अपने को आ जाएंगे क्वेश्चन दे विच ਜਦੋਂ ਆਪਾਂ डिवाइड करांगे 1/17 ਨੂੰ। सो डिवीजन राजी थोड़ी जी लेंथी है ਇਹਦੀ, सो ध्यान नाल समझियो। आई होप सो यू विल मेक श्योर दैट तुसी डिवीजन प्रॉपर तरीके नाल देख रहे हो ते समझ रहे हो। पहला तो आप इत्थे की लगावांगे 0, इत्थे 0, फिर 0.00। सब तो पहला हमारा की आएगा 17 के टेबल पे आप 100 चेक करेंगे, इट विल बी ऑन 5 आएगा 85। आफ्टरवर्ड्स हियर इज 15, अगेन आई पुट हियर 0, 5 तो बाद अपने को नेक्स्ट नंबर आ रहा है 8 के ऊपर 136, 8 136। उस तो बाद अपने को रिमाइंडर आएगा कि 14, अगेन 0, अगेन 8 136। उस तो बाद अपने को आएगा 4 के नाल आप लगावांगे 0। 17 2 का अपन पता कितना होता है 34 करांगे तो 6 आ जाएगा अपने को, इथे 0 आ जाएगा। हुन अपने को कितना 17 3 is 51 है ना, तो इथे 3 आ जाएगा, इथे आएगा अपने को 51, इथे अपने को आएगा 9। हुन देखो अपने को 9 आ गया, इथे 9 तो ਆਪਾਂ ਕੀ ਕਰਾਂਗੇ जस्ट अ मिनट 9 ਦੇ ਨਾਲ ਇੱਕ 0 ਲਗਾ ਦਾਂਗੇ 90 ਆ ਗਿਆ। ਹੁਣ ਆਪਾਂ डिवाइड कर रहे हैं 19/70। आंसर में इतनी लिखी जाऊंगा बेटा, स्पेस कट करके आप थोड़ा चेंज कर रहे हैं। हाँ जी, हूँ 90 किधर टेबल से आएगा बेटा, इट इज 85, ठीक है जी। तो 85 कितने से आएगा फिर 5 पे 85। उस तो बाद कितना आ गया फिर 5, इतने अपन आ नंबर जो है ना इतने लिखी चलिए अपनी, फिर 0 लगाएंगे अपन। उस तो बाद 17 2s का कितना आएगा 34। उस तो बाद कितना आ गया 16 0 160 आ गया। ਹੁਣ 160 कितना आएगा देखो अपन पता सी 136 आया सी अपना 8 पे है ना, तो ਇਹਦਾ मतलब 17 9 ਦਾ ਚੈੱਕ ਕਰ ਲੈਣੇ ਆਪਾਂ। 17 9 ਦਾ ਕਿੰਨਾ ਹੁੰਦਾ ਉਹ ਦੇਖੋ ਰਾਜੀ, ਉਹ ਫਿਲ ਕਰ ਲਓ। 17 9 ਦਾ 153, 9 ਦੇ ਨਾਲ 153, ਤਾਂ ਇੱਥੇ ਆਏਗਾ ਆਪਣੇ ਕੋਲ 7 ਫਿਰ 0 ਆ ਜਾਏਗਾ। हाँ जी, ਹੁਣ 0 आ गया। उस तो बाद अपने नंबर की है 51 पे 17 3 ਦਾ 51 ਹੁੰਦਾ। 17 4 ਤੋਂ ਚੈੱਕ ਕਰ ਲੈਣੇ ਕਿੰਨਾ ਹੁੰਦਾ ਆਪਾਂ 68। ओके, तो 17 4 ਦਾ ਕਿੰਨਾ ਆਏਗਾ ਇੱਥੇ 68 ਆ ਜਾਏਗਾ। ਤਾਂ ਆਪਣੇ ਕੋਲ ਫਿਰ ਉਸ ਤੋਂ ਬਾਅਦ ਕਿੰਨਾ ਆ ਗਿਆ 2 ਆ ਗਿਆ। 2 ਦੇ ਨਾਲ ਆਪਾਂ ਫਿਰ ਕੀ ਲਗਾਵਾਂਗੇ 0 ਤੇ ਡਿਵਾਈਡ ਆਪਾਂ ਕਰਾਂਗੇ 17 ਨਾਲ। ਤਾਂ ਕਿੰਨਾ ਆਏਗਾ 17 1 17, ਕਿੰਨਾ ਆ ਗਿਆ ਇੱਥੇ 3 ਆ ਗਿਆ। 3 ਦੇ ਨਾਲ ਆਪਾਂ ਫਿਰ 0 ਲਗਾਵਾਂਗੇ 17 1 17 आ जाएगा। फिर इतने कितना आ गया 13 आ गया। 13 के नाल आप फिर 0 लगावांगे। उस तो बाद 13 130 तो लेस वाला नंबर देखो 136 आया सी 8 पे, मतलब अपन को 7 पे करना पड़ेगा। 7 पे 17 * 7 कितना होता है जी 94119। सो इट विल बी 11। इथे हुन अपन को कितना आ गया 11। तो 11 के नाल फिर अपन की करांगे इथे 9 लिख दो 11
इत्थे आएगा अपने को 11, इत्थे अपने को 17 है, फिर 0 लग जाएंगे, 110 हो गया। तो हम जी 11 उस तो बाद हम 110 लिए आप करेंगे 6 पे कर देंगे, ठीक है। तो 6 के ऊपर कितना होगा 17, 6 का पहले आप 6 से नहीं किया ना, तो 6 से चेक कर लो जी कितना आएगा 17, 6 का 100, आई विल चेक 76 का आएगा 102, सो 17 into 6 इट विल बी 100। तो इत्थे आ गया 8 के नाल की आएगा अपने को, फिर तो एक 0 आ जाएगी 8 के नाल। सो हम 80 तो लेस नंबर केड़ा आएगा अपने को 51 तो ग्रेटर नंबर चेक करो, इत्थे कोई है 85 है, 61 51 तो बाद 7 68 आया सी, 68 अपने को कितने के आया सी 17 5 था 68, नहीं सॉरी जस्ट अ मिनट, 17 4 था 68, तो इत्थे आएगा 4, इत्थे अपने को कितना आएगा 68, तो अपने को क्या आ गया 12, फिर आ गया अपने को 120 लिए ਆਪਾਂ ਕੀ ਕਰਾਂਗੇ, देखो 120 तो छोटा नंबर आप देख सकते हैं पूरी डिवीजन च 119 आया सी, 119 जो है वो कितने पे आया सी चेक करो 7 पे, तो इत्थे आएगा 7, इत्थे आएगा 119, तो उस तो बाद लास्ट अपने को की बचा एक 1 अपने को इत्थे कर रहे हैं स्टार्ट, एक 1 आ गया, फिर इत्थे आ गया 7 पे, ध्यान ਨਾਲ देखो यही डिवीजन नहीं बन गई वापस 1 के 17 वाली डिवीजन इत्थे वापस आ गया ਆਪਾਂ, ਤਾਂ ਇੱਥੇ ਲਾਸਟ ਨੰਬਰ ਕੀ ਹੈ ਆਪਣੇ ਕੋਲ 7। ਹੁਣ ਆ ਜਿੰਨੇ ਡਿਜਿਟਸ ਆਪਾਂ ਇੱਥੇ ਲਿਖੇ ਇਹ ਸਾਰੇ ਦੇ ਸਾਰੇ ਕਾਊਂਟ ਕਰ ਲਓ 1 2 3 4 5 6 7 8 9 10 11 12 13 14 15 16, ਤੇ ਟੋਟਲ ਨੰਬਰਸ ਕਿੰਨੇ ਆਏ ਆਪਣੇ ਕੋਲ ਇੱਥੇ, ਟੋਟਲ ਨੰਬਰਸ ਆਪਣੇ ਕੋਲ ਆਏ ਹੈਗੇ 16, ਸੋ ਦਿਸ ਵਿਲ ਬੀ ਦਾ ਆਨਸਰ। ਇਹ ਜਿਹੜੀ ਡਿਵੀਜ਼ਨ ਮੈਂ ਬ੍ਰੇਕ ਕਰਕੇ ਕੀਤੀ ਹੈ ਡਿਊ ਟੂ ਇਨਸਫੀਸ਼ੀਐਂਟ ਸਪੇਸ, ਤੁਸੀਂ ਸਾਰੀ डिवीजन अपने रजिस्टर ਦੇ ਇੱਕ ਪੇਜ से स्टार्ट करोगे, ये क्वेश्चन करने लिए न्यू पेज तो स्टार्ट करियो, ऊपरों स्टार्ट करना तो नीचे तक चले जाना, ठीक है। सो उदा ही डिवीजन खत्म होनी है थोड़ी, अदरवाइज थोड़ा ट्रबल भी आ सकती है डिवीजन करने, वैसे सिंपल डिवीजन ही है, यू हैव टू ट्राई बाय योर ओन सेल्फ आल्सो। लेट अस मूव ऑन द नेक्स्ट। वेल यू कैन सी हियर द स्टेटमेंट ऑफ 6th क्वेश्चन, व्हाट दे आर सेइंग अस, look at the several examples of rational number which are of the form p by q, p and q have common factor 1, q is not equal to 0, can you guess what property q must satisfied, ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ q ਦੇ ਉੱਪਰ ਕਿਹੜੀ ਪ੍ਰੋਪਰਟੀ ਇਸ ਟਾਈਮ ਲੱਗ ਰਹੀ ਹੈ। ਸੋ ਦੇਖੋ ਰਾਜੇ ਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਉਹਨੇ ਲਿਖੀ ਹੋਈ ਹੈ, ਹੋਰ ਕੁਝ ਨਹੀਂ ਹੈ, ਮੈਂ ਤੁਹਾਨੂੰ ਪਹਿਲਾਂ ਵੀ ਪੜ੍ਹਾ ਚੁੱਕਿਆ ਵਾਂ ਵੀ ਰੈਸ਼ਨਲ ਨੰਬਰ ਡੈਫੀਨੇਸ਼ਨ ਹੁੰਦੀ ਕੀ ਹੈ। ਆਪਾਂ ਐਗਜ਼ਾਮਪਲਸ ਲਿਖਣੀਆਂ ਨੇ ਰੈਸ਼ਨਲ ਨੰਬਰਸ ਦੀਆਂ, ਜਾਂ ਫਿਰ ਆਪਾਂ ਕਹਿ ਸਕਦੇ ਟਰਮੀਨੇਟਿੰਗ ਨੰਬਰ ਦੀਆਂ ਐਗਜ਼ਾਮਪਲਸ ਲਿਖਣੀਆਂ ਨੇ, ਤਾਂ ਉਹ ਐਗਜ਼ਾਮਪਲਸ ਕੀ ਹੋਣਗੀਆਂ। ਉਸ ਤੋਂ ਬਾਅਦ ਪ੍ਰੋਪਰਟੀ ਜਿਹੜੀ ਕਿਊ ਦੀ ਆ, ਉਹ ਪ੍ਰੋਪਰਟੀ ਮੈਂ ਬਾਰ-ਬਾਰ ਤੁਹਾਨੂੰ ਦੱਸ ਚੁੱਕਿਆ ਵਾਂ ਵੀ ਕੋਈ ਵੀ ਰੈਸ਼ਨਲ ਨੰਬਰ ਆ ਉਹਨੂੰ ਹਮੇਸ਼ਾ ਆਪਾਂ 2 ਤੇ 5 ਦੀਆਂ ਪਾਵਰਸ ਦੇ ਵਿੱਚ ਕੀ ਕਰ ਸਕਦੇ ਹਾਂ, ਐਕਸਪ੍ਰੈਸ ਕਰ ਸਕਦੇ ਹਾਂ ਉਹਦੇ ਡਿਨੋਮੀਨੇਟਰ ਨੂੰ। ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ। ਨਾਓ ਲੈਟ ਅਸ ਸੀ ਵਾਟ ਦੇ ਆਰ ਸੇਇੰਗ। ਹੁਣ ਦੇਖੋ एग्जांपल्स ਲੈਣ ਨੂੰ ਕਿਹਾ, एग्जांपल ਤੁਸੀਂ ਕਿਤੋਂ ਵੀ ਕੋਈ ਵੀ ਲੈ ਸਕਦੇ ਹੋ। ਸਭ ਤੋਂ ਪਹਿਲਾਂ ਮੈਂ एग्जांपल ਲੈ ਲੈਂਦਾ 1/5, ਠੀਕ ਹੈ ਜੀ। 1/5 ਕੀ ਆ, p by q ਦੀ ਫਾਰਮ ਚ ਹੈ, ਠੀਕ ਹੈ। 1 ਤੇ 5 ਦੇ ਵਿੱਚੋਂ ਕੁਝ ਕਾਮਨ ਆ ਰਿਹਾ, ਨਹੀਂ ਆ ਰਿਹਾ। q ਕਿੰਨੀ ਹੈ 5 ਹੈ, 5 ਕੀ ਹੈ ਨਾਟ ਇਕੁਅਲ ਟੂ 0, ਠੀਕ ਹੈ ਨਾ। q ਦੀ ਵੈਲਿਊ ਕਿੰਨੀ ਹੈ ਆਪਣੇ ਕੋਲ, q ਦੀ ਵੈਲਿਊ 5 ਹੈ ਤੇ 5 ਕਦੇ ਵੀ 0 ਨਹੀਂ ਹੁੰਦਾ। ਇਹ ਚੀਜ਼ ਕਲੀਅਰ ਹੈ, ਇਹਦਾ ਮਤਲਬ ਪ੍ਰੋਪਰਟੀ ਸੈਟੀਸਫਾਈਡ ਹੋ ਗਈਆਂ। ਉਸ ਤੋਂ ਬਾਅਦ ਆਪਾਂ ਇੱਕ एग्जांपल ਲੈ ਲੈਂਦੇ ਹਾਂ 1/100, 1/100 ਦੀ एग्जांपल ਲੈ ਲਈ ਆਪਾਂ। 1/100 ਇਹ ਦੇਖੋ p by q ਕੌਣ सा ਹੈਗਾ, ਯੈਸ ਹੈਗਾ। p ਤੇ q ਚ ਕਾਮਨ ਕੀ ਹੈ 1,100, ਇਹਨਾਂ ਦੋਨਾਂ ਦੇ ਵਿੱਚੋਂ ਕਾਮਨ ਕੀ ਆ ਰਿਹਾ ਵਾ, ਸਿਰਫ 1 ਹੀ ਕਾਮਨ ਹੋਊਗਾ ਨਾ। ਉਸ ਤੋਂ ਬਾਅਦ q is not equal to 0, q ਕਿੰਨੀ ਹੈ ਆਪਣੀ, q ਹੈਗੀ ਆਪਣੀ 100 ਤੇ ਇਹ ਕੀ ਹੈ 0 ਦੇ ਇਕੁਅਲ ਨਹੀਂ ਹੈ। ਹੁਣ ਜੇ ਮੈਂ q ਨੂੰ ਐਕਸਪ੍ਰੈਸ ਕਰਨਾ ਵਾ 100 ਨੂੰ ਮੈਂ ਕੀ ਲਿਖ ਸਕਦਾ ਹਾਂ 2, ਪਹਿਲਾਂ ਤਾਂ ਇਹ 2 ਦੇ ਬਦਲੇ ਆਏਗਾ 52 ਮਲਟੀਪਲਾਈ 2, ਠੀਕ ਹੈ। ਉਸ ਤੋਂ ਬਾਅਦ ਹੋਰ ਆਪਾਂ ਕੀ ਲਿਖ ਸਕਦੇ ਹਾਂ ਮਲਟੀਪਲਾਈ 5 ਮਲਟੀਪਲਾਈ 5, 100 ਨੂੰ ਇਦਾਂ ਲਿਖ ਸਕਦੇ ਹਾਂ ਆਪਾਂ, ਮਤਲਬ ਇਹ ਡਿਨੋਮੀਨੇਟਰ ਨੂੰ 2 ਤੇ 5 ਦੇ ਪਾਵਰ ਸੇ ਐਕਸਪ੍ਰੈਸ ਵੀ ਕਰਤਾ ਆਪਾਂ। ਸੋ ਠੀਕ ਹੈ। ਸੋ ਹੁਣ ਆਪਾਂ ਕੀ ਕਰਾਂਗੇ ਵੀ ਆ ਤਾਂ ਦੋ ਸੀਗੀਆਂ ਐਗਜ਼ਾਮਪਲਸ, ਐਗਜ਼ਾਮਪਲ ਨੰਬਰ 1, ਐਗਜ਼ਾਮਪਲ ਨੰਬਰ 2, ਇਹ ਦੋ ਐਗਜ਼ਾਮਪਲਸ ਨੇ। ਹੁਣ ਜੋ ਕਹਿ ਰਿਹਾ ਵਾ ਵੀ ਕਿਊ ਨੇ ਕਿਹੜੀ ਪ੍ਰੋਪਰਟੀ ਸੈਟੀਸਫਾਈਡ ਕੀਤੀ ਹੈ, ਉਹਦੇ ਲਈ ਆਪਾਂ ਲਿਖਾਂਗੇ ਕਿਊ ਮਸਟ ਸੈਟੀਸਫਾਈਡ, ਕਿਊ ਮਸਟ ਸੈਟੀਸਫਾਈ that it can be expressed as
2 raised to power m, 5 raised to power n। ਜਾਂ ਤਾਂ ਉਹ 2 ਦੀਆਂ ਪਾਵਰਸ ਲਿਖਿਆ ਜਾ ਸਕਦਾ ਜਾਂ 5 ਦੀਆਂ ਪਾਵਰਸ ਲਿਖਿਆ ਜਾ ਸਕਦਾ ਜਾਂ 2 ਤੇ 5 ਦੋਨਾਂ ਦੀਆਂ ਪਾਵਰਸ। ਇੱਕ ਅੱਧੀ ਐਗਜ਼ਾਮਪਲ ਦੀ ਹੋਰ ਲਿਖਣੀ ਹੈ, ਹੋਰ ਲਿਖ ਸਕਦੇ ਹੋ। ਡੋਂਟ ਬੀ ਕਨਫਿਊਜ਼ 1/2 ਲਿਖ ਲਓ। ਤੁਹਾਨੂੰ ਇਦਾਂ ਲੱਗਦਾ ਨਾ ਵੀ ਇੱਥੇ ਕੱਲਾ 5 ਵੀ ਹੈ, ਕੱਲਾ 2 ਵੀ ਆ ਸਕਦਾ, ਕੱਲਾ 5 ਕੱਲਾ 2 ਜਾਂ ਦੋਨੋਂ ਨੰਬਰਸ। ਇਹ ਜਿੱਥੇ ਆਪਾਂ ਨੂੰ ਮਿਲ ਜਾਂਦੇ ਉਹ ਸਾਰੇ ਨੰਬਰਸ ਕੀ ਨੇ? ਟਰਮੀਨੇਟਿੰਗ ਨੰਬਰਸ ਨੇ, ਰੈਸ਼ਨਲ ਨੰਬਰਸ ਨੇ, ਨॉन ਰਿਪੀਟਿੰਗ ਨੰਬਰਸ ਨੇ, ਰਿਪੀਟ ਨਹੀਂ ਹੁੰਦੇ, ਤੇ ਉਹਨੂੰ ਆਪਾਂ ਇਦਾਂ ਦੀ ਫਾਰਮ 'ਚ ਐਕਸਪ੍ਰੈਸ ਕਰ ਸਕਦੇ ਹਾਂ। ਸੋ ਹੇਅਰ ਯੂਰ ਦਿਸ ਕੁਐਸਚਨ ਇਜ਼ ਆਲਸੋ ਕੰਪਲੀਟਡ। ਲੈਟ ਅਸ ਮੂਵ ਔਨ ਦ ਨੈਕਸਟ। 7th स्टेटमेंट देख सकते हो, राइट द 3 नंबर्स whose decimal expressions are non terminating। 3 नंबर ਇਹੋ ਜਿਹੇ ਲਿਖਣੇ ਆ ਜਿਨ੍ਹਾਂ ਦੀ ਡੈਸੀਮਲ ਐਕਸਪ੍ਰੈਸ਼ਨ ਕੀ ਆ ਆਪਣੇ ਕੋਲ ਨॉन टर्मिनेटिंग ਆਉਂਦੀ ਆ। ਉਹ 3 ਨੰਬਰ ਤੁਸੀਂ ਆਪਣੀ ਮਰਜ਼ੀ ਦੇ ਬੇਟਾ ਕਿਤੋਂ ਵੀ ਲਿਖ ਸਕਦੇ ਹੋ। ਵੈਸੇ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸ ਦਿੰਦਾ ਵਾਂ ਵੀ ਉਹ 3 ਨੰਬਰ ਤੁਸੀਂ ਲਿਖਣੇ ਆ ਜੋ ਤੁਸੀਂ ਇਸੇ ਐਕਸਰਸਾਈਜ਼ ਦਾ ਫਸਟ ਕੁਐਸਚਨ ਕੀਤਾ ਸੀ ਨਾ, ਉਹਦੇ ਵਿੱਚ ਜਿਹੜੇ ਫਸਟ ਆਪਾਂ 5-6 ਪਾਰਟਸ ਕੀਤੇ ਹੈ, ਉਹਨਾਂ 5-6 ਪਾਰਟਸ ਦੇ ਵਿੱਚੋਂ ਜਿਹੜੇ ਨੰਬਰ ਨॉन टर्मिनेट ਹੈਗੇ ਸੀ ਉਹੀ ਲਿਖ ਦਿਓ ਇੱਥੇ। These are the answer of your question. Now let us move on the next one. See the second last question. 3 different irrational numbers between the rational number 5/7 and 9/11। 3 different irrational number लिखने ਆਪਾਂ 5/7 ਤੇ 9/11 ਦੇ। ਇੱਕ ਚੀਜ਼ ਦੱਸ ਦੇਣਾ ਬੇਟਾ, ਕੋਈ ਵੀ 2 ਰੈਸ਼ਨਲ ਨੰਬਰ ਹੋਣ ਉਹਨਾਂ ਦੇ ਵਿੱਚ there are infinite number of irrational numbers। मतलब ਇਹਨਾਂ ਦੋਨਾਂ ਦੇ ਵਿੱਚ ਵੀ ਕੀ ਆ, ਇਨਫਾਈਨਾਈਟ ਨੰਬਰ ਆਫ ਇਰੈਸ਼ਨਲ ਨੰਬਰਸ ਆਪਣੇ ਕੋਲ ਆਣਗੇ। ਬਟ ਉਹਨਾਂ ਨੇ ਆਪਾਂ ਨੂੰ ਕੀ ਕਿਹਾ ਵਾ, ਉਹ ਆਪਾਂ ਨੂੰ ਸਿਰਫ ਇੰਨੀ ਗੱਲ ਕਹਿ ਰਹੇ ਆ ਵੀ ਤੁਸੀਂ ਕੀ ਲਿਖਣਾ ਵਾ, ਤੁਸੀਂ ਸਿਰਫ 3 ਲਿਖਣੇ ਆ। ਤਾਂ ਦੇਖੋ 5/7 ਜੋ ਮੈਂ ਉੱਥੇ ਲਿਖਿਆ ਹੋਇਆ ਬੋਰਡ ਦੇ ਉੱਪਰ, ਉਹਦੀ ਵੈਲਿਊ ਹੁੰਦੀ ਹੈ 0.714285 ਐਂਡ ਸੋ ਔਨ। ਉਹ ਵੈਲਿਊ ਕਿਵੇਂ ਆਈ ਆ, ਤੁਸੀਂ ਇਹ ਕੁਐਸਚਨ ਦੇ ਵਿੱਚ ਡਿਵਾਈਡ ਕਰਕੇ ਦਿਖਾਓਗੇ, ਠੀਕ ਹੈ ਜੀ। ਉਸੇ ਤਰ੍ਹਾਂ ਹੀ ਤੁਸੀਂ 9/11 ਨੂੰ ਜਦੋਂ ਡਿਵਾਈਡ ਕਰੋਗੇ ਤੁਹਾਡਾ ਆਨਸਰ ਆਏਗਾ 0.818181 ਐਂਡ ਸੋ ਔਨ 81। ਇੱਦਾਂ ਹੀ ਚੱਲੀ ਜਾਊਗਾ, ਠੀਕ ਹੈ। ਇਹ ਡਿਵਾਈਡ ਤੁਸੀਂ ਕਰਕੇ ਦਿਖਾਣੀ ਹੈ, खुद करोगे डिवाइड। वैसे आप डिवाइड बहुत बार कर चुके हैं, सो मैं डायरैक्टली आंसर लिखते थे। सो हुण आप जो इन्हों के विच आने वाले नंबर है वो किहड़े लिख सकते हैं। देखो हुण देखो इत्थे 71 आ, इत्थे 71 की जगह पे कि उत्थे 81 स्टार्टिंग के विच, इत्थे 71 है, तो जिन्ने मर्जी नंबर लिखी जाओ। इत्थे आप लिख देंगे 0.724111 कुछ इदां लिख दो, फिर लिख दो 0.74401 कुछ भी, मतलब समथिंग एंड सो ऑन पाई चलो 0.801101 समथिंग लाइक दिस। मतलब इदां दे कोई भी नंबर ये तो वड्डा होवे ते उतो छोटा होवे नंबर आप कितने नंबर लिख सकते हैं। उन्होंने 3 पूछे सी, आप 3 लिखते। थोड़ी बुक च जो आंसर होता है तुसीं वो याद करके लिखने, वो लिख सकते हो। इदां अपने को लिखने तो अपने को भी लिख सकते हो, दोनों ही बेस करेक्ट ने। नाउ लेट अस मूव ऑन द लास्ट क्वेश्चन ऑफ योर एक्सरसाइज। क्लासीफाई द फॉलोइंग एज रैशनल एंड इरैशनल। रैशनल तो इरैशनल दसने भी है या नहीं। 23 एक परफेक्ट स्क्वायर नहीं है क्योंकि 23 किसी टेबल से नहीं आता। पहली गल तो 23 होंगे। सो ये की है अपने को इरैशनल। बेटा इरैशनल के लिए मैं IR यूज करूँगा, तुम पूरा प्रॉपर लिखना वा अपनी कॉपी के। 225 अपने को की आऊगा। देखो 225 में आप लिख सकते हैं 15 × 15 इधर रूट, तो रूट के 15 बाहर आ जाएगा, फिर 15/1। तो ये नंबर की है अपने को क्यू रैशनल। दिस नंबर ये टर्मिनेट है, जेडे भी नंबर टर्मिनेट होंगे वो हमेशा इरैशनल नहीं होंगे, वो हमेशा रैशनल नंबर्स होंगे। सो ये तो क्लीयर ही है भी की है, ये भी अपने को रैशनल नंबर है। उसी तरह आ नॉन टर्मिनेट नंबर्स ने, ये भी अपने को इरैशनल नंबर है, तो इतने ये भी अपने को की है इरैशनल नंबर। सो इत्थे आके ये क्वेश्चन खत्म हो जाता वा, थोड़ी एक्सरसाइज भी खत्म हो जाती है इत्थे आके। सो आफ्टर ओवरिंग दिस एक्सरसाइज लेट अस मूव ऑन द नेक्स्ट। हाँ जी स्टूडेंट्स, एज यू कैन सी एक्सरसाइज 1.4 क्वेश्चन नंबर 1 दो ही क्वेश्चन ने बेटा। उन्होंने दोनों क्वेश्चन के विचों फर्स्ट क्वेश्चन की है विजुअलाइज 3.765 ऑन द नंबर लाइन यूजिंग सक्सैसिव मैग्नीफिकेशन। मतलब आप प्रॉपर मैग्नीफिकेशन यूज करके नंबर लाइन के ऊपर नंबर्स को की करना वा, रिप्रजेंट करना वा, ठीक है। आई होप सो दिस इज क्लीयर टू यू। डायग्राम थोड़ा क्लीयर होनी है क्वेश्चन की किमें बनी है, सारा एक्सप्लेन करता वा, ध्यान नाल सुनना सारा ने। बेटा जो तुम कॉपी से करना डायरैक्ट कॉपी से भी कर सकते हो, जो ग्राफ पेपर के नाल करोगे वो ज़्यादा अच्छा लगूगा। ग्राफ से करना ग्राफ से भी कर सकते हो, ठीक है, एज योर विश। सो नाउ लेट अस सी। सब तो पहला तो देखो 3.765 ये जो नंबर आ ये 3 तो लैके 4 तक के नंबर से लाई करूँगा, ठीक है। पहली गल तो ये
3 ਤੋਂ ਵੱਡਾ ਵਾ 4 ਤੋਂ ਛੋਟਾ ਨੰਬਰ ਹੈ ਤਾਂ ਠੀਕ ਹੈ ਓਕੇ। ਤਾਂ ਮੈਂ 3 ਤੋਂ 4 ਤੱਕ ਦੀ ਇੱਕ ਪਾਰਟੀਸ਼ਨ ਕੀਤੀ ਹੈ 3.1 3.2 3.3 3.4 ਐਂਡ ਸੋ ਔਨ 3.9 ਲਾਸਟ ਕੀ ਹੈ 4। ਹੁਣ ਇਹ ਨੰਬਰ ਜਿਹੜਾ ਹੈਗਾ 76 ਨੰਬਰ 7 3.7 ਤੇ 3.8 ਦੇ ਵਿੱਚ ਇੱਥੇ ਕਿਤੇ ਲਾਈ ਕਰੂਗਾ। ਇਹ ਨੰਬਰ ਹੈਗਾ 3.70 ਤੋਂ 3.80 ਇਦਾਂ ਲਿਖ ਸਕਦੇ ਹਾਂ ਨਾ ਆਪਾਂ, कोई दिक्कत नहीं है। 3.7 ਨੂੰ 3.70 लिख लीजिए, कोई फर्क नहीं पैना देना ਆਪਾਂ ਨੂੰ। सो आप इदा लिखना कि ਇਹਦਾ मतलब ये नंबर आ दो इंटरवल्स ਦੇ ਵਿੱਚ ਲਾਈ ਕਰੂਗਾ ਇੱਥੇ ठीक है। ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੋਨਾਂ ਨੂੰ ਉਠਾਇਆ ਇੱਥੇ ਲਿਖਿਆ 3.70 3.80 ਇਹ ਲਿਖਣ ਤੋਂ ਬਾਅਦ ਇਹਨਾਂ ਦੀ ਪਾਰਟੀਸ਼ਨ ਕਰਤੀ 70 ਤੋਂ ਬਾਅਦ ਹੁੰਦਾ 71 72 73 74 ਐਂਡ ਸੋ ਔਨ 79 80 ਉਹਦੀ ਪਾਰਟੀਸ਼ਨ ਕਰਤੀ। ਹੁਣ ਮੈਨੂੰ ਇਹ ਨੰਬਰ ਦਿਖ ਰਿਹਾ 765 765 ਦਾ मतलब कि 76 ਤੋਂ ਉੱਪਰ ਹੈ ठीक है ਤੇ 77 ਤੋਂ ਨੀਚੇ। ਇਹਦਾ मतलब ਇਹ ਰਿਫਾਈਨ ਹੋ ਕੇ ਹੁਣ ਇੱਥੇ ਪਹੁੰਚ ਗਏ। ਇਦਾਂ ਹੀ ਸਰਕਲ ਮਾਰਨੇ ਕਾਪੀ ਦੇ ਉੱਪਰ ਤੁਸੀਂ ਵੀ। ਸੋ ਆ ਚੀਜ਼ ਆ ਗਈ ਆਪਣੇ ਕੋਲ। ਉਸ ਤੋਂ ਬਾਅਦ ਫਿਰ 3.76 ਹੈ 3.76 ਨੂੰ ਮੈਂ ਲਿਖ ਸਕਦਾ ਹਾਂ 3.760 ਤੇ ਇਹਨੂੰ ਮੈਂ ਲਿਖ ਲੂੰਗਾ 3.770। ਹੁਣ ਦੇਖੋ 3.760 ਤੋਂ ਲੈ ਕੇ 3.770 जो ਤੁਹਾਨੂੰ ਵਿਜ਼ੀਬਲ ਹੈ ਉੱਥੇ ਤੱਕ ਐਂਡ ਤੱਕ, ਤਾਂ ਉੱਥੇ ਤੱਕ ਆਪਾਂ ਲਿਖ ਰਹੇ ਇਹਦੀ ਪਾਰਟੀਸ਼ਨ ਕਰਕੇ ਆਪਾਂ 760 ਤੋਂ ਬਾਅਦ ਆਉਂਦਾ 761 762 763 764 765 766 ਐਂਡ ਸੋ ਔਨ। ਤਾਂ ਇਹ ਜਿਹੜਾ ਨੰਬਰ ਹੈ 765 ਕਿੱਥੇ ਆ ਗਿਆ ਆਪਣਾ ਨੰਬਰ ਇਹ ਐਗਜ਼ੈਕਟਲੀ ਔਨ ਦਿਸ ਪੁਆਇੰਟ। ਇਹ ਪੁਆਇੰਟ ਦੇ ਉੱਪਰ ਆ ਗਿਆ ਆਪਣਾ ਨੰਬਰ। ਬਸ ਇਹੀ ਇਹਦਾ ਕਨਸੈਪਟ ਹੈ ਕੁਐਸਚਨ ਦਾ। ਤੁਸੀਂ ਸਟੈਪ ਬਾਈ ਸਟੈਪ ਲਿਖਣਾ ਵਾ। ਸਭ ਤੋਂ ਪਹਿਲਾਂ ਸਟੈਪਸ ਲਿਖਣੇ ਕਿਵੇਂ ਹੈ ਡਾਇਰੈਕਟ ਇੱਥੇ ਲਿਖੋ ਸਟਾਰਟਿੰਗ ਦੇ ਵਿੱਚ make a partition of 3 to 4। पहला partition बनावांगे 3 to 4 दी। उस तो बाद ਆਪਾਂ partition of 3.70 ਤੋਂ 3.80 ਉਸ ਤੋਂ ਬਾਅਦ ਆਪਾਂ partition of ਕਿਹਦੀ ਬਣਾਵਾਂਗੇ ਆਪਾਂ 3.760 ਤੋਂ ਲੈ ਕੇ 3.770 तक। बस आप तीन लाइन्स लिखनी है, ग्राफ बनाने हैं, ग्राफ बना के विजुअलाइज कर देना कितने क्वेश्चन खत्म होता बेटा। इसका जो नेक्स्ट पार्ट है सैकेंड क्वेश्चन सेम क्वेश्चन है वो क्वेश्चन तुम खुद ट्राई करोगे भी वो क्वेश्चन सॉल्व किमें करना ठीक है। सो इतने आगे अपनी एक्सरसाइज 1.3 ਤੇ 1.4 खत्म हो जाती है। आई होप सो दिस एक्सरसाइज इज क्लीयर टू यू ऑल। ਤੁਹਾਨੂੰ ਸਾਰਿਆਂ ਨੂੰ ਇਹ ਐਕਸਰਸਾइज समझ लगी होनी है ठीक है। यही उम्मीद करता हाँ। थैंक यू एंड हैव अ वंडरफुल डे।